ਭਾਰਤ 'ਚ ਜਾਰੀ ਕਿਸਾਨ ਅੰਦੋਲਨ 'ਚ ਅੱਜ ਦਾ ਦਿਨ ਬੇहद ਖਾਸ ਹੈ। ਖਾਸ ਇਸ ਲਈ ਨਹੀਂ ਕਿ ਕਿਸਾਨਾਂ ਦੀਆਂ ਮੰਗਾਂ ਮਨਜ਼ੂਰ ਹੋ ਗਈਆਂ, ਨਹੀਂ, ਮੰਗਾਂ ਮਨਜ਼ੂਰ ਨਹੀਂ ਹੋਈਆਂ। ਅੱਜ ਦਾ ਦਿਨ ਖਾਸ ਇਸ ਕਰਕੇ ਹੈ ਕਿ ਅੱਜ ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਤੇ ਪਹੁੰਚੇ 100 ਦਿਨ ਪੂਰੇ ਹੋ ਗਏ। ਭਾਰਤ ਵਿੱਚ ਕ੍ਰਿਕਟ ਦੀ ਖੇਡ ਕਾਫੀ ਮਸ਼ਹੂਰ ਹੈ। ਕ੍ਰਿਕਟ 'ਚ ਜਦੋਂ ਕੋਈ ਸੈਂਕੜਾ ਮਾਰਦਾ ਹੈ ਤਾਂ ਸਟੇਡੀਅਮ 'ਚ ਤਾੜੀਆਂ ਦੀ ਗੜਗੜਾਹਟ ਸੁਣਾਈ ਦਿੰਦੀ ਹੈ। ਪਰ ਕਿਸਾਨਾਂ ਦੇ ਸੈਂਕੜੇ ਤੇ ਤਾੜੀਆਂ ਦੇ ਸ਼ੋਰ ਦੀ ਜਗ੍ਹਾ ਉਹਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨਾਅਰੇਬਾਜ਼ੀਆਂ ਦਾ ਸ਼ੋਰ ਜ਼ਿਹਨ 'ਚ ਆਉਂਦਾ ਹੈ। ਜਿਹੜੇ 200 ਤੋਂ ਵੱਧ ਲੋਕਾਂ ਨੇ ਇਸ ਸੰਘਰਸ਼ ਦੌਰਾਨ ਦਮ ਤੋੜ ਦਿੱਤਾ, ਉਹਨਾਂ ਦੇ ਘਰਾਂ 'ਚ ਛਾਏ ਸੰਨਾਟੇ ਧਿਆਨ 'ਚ ਆਉਂਦੇ। ਕਿਸਾਨਾਂ ਦੇ ਸੈਂਕੜੇ ਤੇ ਉਹਨਾਂ 4 ਲੱਖ ਤੋਂ ਵੱਧ ਕਿਸਾਨਾਂ ਦਾ ਧਿਆਨ ਆਉਂਦਾ ਹੈ ਜਿਨ੍ਹਾਂ ਨੇ ਸਾਲ 1996 ਤੋਂ ਬਾਅਦ ਤੋਂ ਬੀਤੇ 25 ਸਾਲਾਂ 'ਚ ਖੁਦਕੁਸ਼ੀਆਂ ਕਰ ਲਈ। ਅੱਜ ਕਨੈਕਟ FM ਕੈਨੇਡਾ ਕਿਸਾਨਾਂ ਦੇ ਸੰਘਰਸ਼ ਦੇ ਸੈਂਕੜੇ ਨੂੰ ਯਾਦ ਕਰ ਰਿਹਾ ਹੈ। ਭਾਰਤ ਵਿੱਚ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਤੋਂ ਬਾਅਦ ਇੱਕ ਅਜਿਹੀ ਲਹਿਰ ਉੱਠੀ ਜਿਸ ਨੇ ਪਹਿਲਾਂ ਪੰਜਾਬ ਅਤੇ ਫਿਰ ਗੁਆਂਢੀ ਸੂਬਿਆਂ ਤੋਂ ਬਾਅਦ ਹੁਣ ਪੂਰੇ ਦੇਸ਼ ਵਿੱਚ ਕਿਸਾਨਾਂ ਨੂੰ ਵੱਡੇ ਪੱਧਰ ਤੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਤਾਕਤ ਪ੍ਰਦਾਨ ਕਰ ਦਿੱਤੀ ਹੈ। ਨਾ ਰੰਗ, ਨਾ ਜ਼ਾਤ, ਨਾ ਧਰਮ, ਨਾ ਊਚ ਨੀਚ, ਸਾਰੇ ਫਰਕਾਂ ਨੂੰ ਖਤਮ ਕਰਦੇ ਹੋਏ ਇਸ ਮੁਹਿੰਮ ਨੇ ਭਾਰਤ ਦੇ ਕਿਸਾਨਾਂ ਅਤੇ ਕਿਸਾਨੀ ਪਰਿਵਾਰਾਂ ਨਾਲ ਜੁੜੇ ਲੋਕਾਂ ਨੂੰ ਇੱਕੋ ਮੰਚ ਤੇ ਲਿਆ ਖੜਾ ਕੀਤਾ। ਕੁਝ ਪਿੰਡਾਂ ਅਤੇ ਇਲਾਕਿਆਂ ਤੋਂ ਉੱਠਣੀਆਂ ਸ਼ੁਰੂ ਹੋਈਆਂ ਆਵਾਜ਼ਾਂ ਨੇ ਅੱਜ ਇੱਕ ਅਜਿਹੇ ਅੰਦੋਲਨ ਦਾ ਰੂਪ ਧਾਰ ਲਿਆ ਜਿਸ ਦਾ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਚਰਚਾ ਹੋਣ ਲੱਗਿਆ। ਪਹਿਲਾਂ ਖੇਤਾਂ ਵਿੱਚੋਂ ਉੱਠੀਆਂ ਆਵਾਜ਼ਾਂ ਸਿਆਸੀ ਗਲਿਆਰਿਆਂ ਤੱਕ ਪਹੁੰਚੀਆਂ ਅਤੇ ਹੁਣ ਇਹ ਆਵਾਜ਼ਾਂ ਬਾਲੀਵੁੱਡ ਦੀਆਂ ਸ਼ਖਸੀਅਤਾਂ ਤੋਂ ਬਾਅਦ ਅੰਤਰਰਾਸ਼ਟਰੀ ਕਲਾਕਾਰਾਂ ਦੇ ਟਵਿੱਟਰ ਹੈਂਡਲਾਂ ਤੇ ਗੂੰਜਣ ਲੱਗੀਆਂ ਹਨ। ਆਵਾਜ਼ਾਂ ਦੀ ਇਸ ਗੂੰਜ ਦੇ ਵਿੱਚ ਉਹਨਾਂ 200 ਤੋਂ ਵੱਧ ਪਰਿਵਾਰਾਂ ਦਾ ਦਰਦ ਵੀ ਸ਼ਾਮਲ ਹੈ ਜਿਨ੍ਹਾਂ ਦੇ ਕਰੀਬੀਆਂ ਅਤੇ ਪਿਆਰਿਆਂ ਨੇ ਇਸ ਸੰਘਰਸ਼ ਦੌਰਾਨ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ। ਅੱਜ ਇਸ ਕਿਸਾਨ ਅੰਦੋਲਨ ਨੂੰ 100 ਦਿਨ ਪੂਰੇ ਹੋ ਗਏ ਹਨ। ਅੱਜ ਇਸ ਪੂਰੇ ਅੰਦੋਲਨ ਦੇ ਸਤੰਬਰ ਤੋਂ ਹੁਣ ਤੱਕ ਦੇ ਕੁਝ ਅਹਿਮ ਪਲਾਂ ਤੇ ਝਾਤ ਮਾਰਦੇ ਹਾਂ। ਸਤੰਬਰ 2020 ਵਿੱਚ ਭਾਰਤ 'ਚ ਫਾਰਮਰਸ ਪ੍ਰੋਡਿਊਸ ਟ੍ਰੇਡ ਅਤੇ ਕਮਿਸ਼ਨ ਐਕਟ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਇਹੀ ਸਮਾਂ ਸੀ ਜਦ ਇਹਨਾਂ ਕਾਨੂੰਨਾਂ ਦੇ ਖਿਲਾਫ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋਣੇ ਸ਼ੁਰੂ ਹੋਏ। ਕਿਸਾਨਾਂ ਦੀ ਆਵਾਜ਼ ਦਾ ਸ਼ੋਰ ਅਜਿਹਾ ਸੀ ਕਿ ਇਸ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੇहद ਮਜ਼ਬੂਤ ਗੱਠਜੋੜ ਨੂੰ ਵੀ ਹਿਲਾ ਕੇ ਰੱਖ ਦਿੱਤਾ। 18 ਸਤੰਬਰ ਨੂੰ ਹਰਸਿਮਰਤ ਕੌਰ ਬਾਦਲ ਨੇ ਆਪਣੇ ਕੇਂਦਰੀ ਮੰਤਰੀ ਦੇ ਅਹੁਦੇ ਨੂੰ ਤਾਂ ਛੱਡਿਆ ਹੀ, ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ ਗੱਠਜੋੜ ਵੀ ਖਤਮ ਕਰ ਦਿੱਤਾ। ਦੇਖੋ ਮੈਂ ਕਿਸੇ ਦੇ ਵਿਸ਼ਵਾਸ में ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਆਪਣਾ ਫਰਜ਼ ਅਦਾ ਕੀਤਾ ਹੈ ਤੇ ਜੇ ਅਸਤੀਫਾ ਦਿੱਤਾ ਹੈ ਤਾਂ ਮੈਂ ਕੁਝ ਗਵਾਇਆ ਹੈ, ਮੈਂ ਕੁਝ ਪਾਇਆ ਨਹੀਂ। 24 ਸਤੰਬਰ 2020 ਨੂੰ ਪੰਜਾਬ ਦੇ ਵਿੱਚ ਰੇਲਾਂ ਰੋਕਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋਈ। ਕਿਸਾਨ ਸੰਗਠਨਾਂ ਦੇ ਸੱਦੇ ਤੇ ਕਿਸਾਨਾਂ ਨੇ ਪੂਰਾ ਸਹਿਯੋਗ ਕੀਤਾ ਅਤੇ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ 'ਚ ਰੇਲਾਂ ਰੋਕਣੀਆਂ ਸ਼ੁਰੂ ਹੋ ਗਈਆਂ। 23 ਅਕਤੂਬਰ ਤੱਕ ਇਸ ਪ੍ਰਕਿਰਿਆ ਨੂੰ ਜਾਰੀ ਰੱਖਿਆ ਗਿਆ, ਪਰ ਜਦ ਲੱਗਿਆ ਕਿ ਅਜਿਹਾ ਕਰਨ ਨਾਲ ਕਈ ਪਦਾਰਥਾਂ ਦੀ ਕਮੀ ਆਉਣ ਲੱਗੀ ਹੈ ਤੇ ਇਸ ਦੀ ਸੱਟ ਆਮ ਵਰਗ ਨੂੰ ਵੱਜਣ ਲੱਗੀ ਹੈ ਤਾਂ ਇਸ ਰੇਲ ਰੋਕੋ ਪ੍ਰਕਿਰਿਆ ਨੂੰ ਰੋਕਿਆ ਗਿਆ। ਪਰ ਇਸ ਤੋਂ ਬਾਅਦ ਕਰੀਬ 2 ਮਹੀਨੇ ਤੱਕ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਵਿੱਚ ਸਰਗਰਮ ਰਹੀਆਂ ਕਿਸਾਨ ਜਥੇਬੰਦੀਆਂ ਨੇ ਨਵੰਬਰ ਵਿੱਚ ਇੱਕ ਨਵੀਂ ਰਣਨੀਤੀ ਉਲੀਕੀ। ਰਣਨੀਤੀ ਇਸ ਅੰਦੋਲਨ ਨੂੰ ਦਿੱਲੀ ਪਹੁੰਚਾਉਣ ਦੀ। ਪੰਜਾਬ ਦੇ ਕਿਸਾਨਾਂ ਨੇ 25 ਤੇ 26 ਨਵੰਬਰ ਨੂੰ ਦਿੱਲੀ ਵੱਲ ਵਧਣਾ ਸ਼ੁਰੂ ਕੀਤਾ। ਗੱਡੀਆਂ ਤੇ ਬੱਸਾਂ ਤੇ ਕੁਝ ਘੰਟਿਆਂ 'ਚ ਪੂਰੀ ਹੋਣ ਵਾਲੀ ਇਹ ਵਾਟ ਕਿਸਾਨਾਂ ਲਈ ਤੈਅ ਕਰਨੀ ਕਾਫੀ ਮੁਸ਼ਕਲ ਸਾਬਤ ਹੋਈ। ਇਸ ਦੀ ਵਜ੍ਹਾ ਸੀ ਹਰਿਆਣਾ ਦੇ ਬਾਰਡਰਾਂ ਤੇ ਕਿਸਾਨਾਂ ਦਾ ਡੰਡਿਆਂ ਤੇ ਪਾਣੀ ਦੀਆਂ ਬੁਛਾਰਾਂ ਨਾਲ ਸਵਾਗਤ ਕਰਨ ਲਈ ਖੜੀ ਹਰਿਆਣਾ ਪੁਲਿਸ। ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਹਰਿਆਣਾ ਵੱਲ ਵਧਣਾ ਸ਼ੁਰੂ ਕੀਤਾ, ਪਰ ਉਹਨਾਂ ਤੇ ਵਰੇ ਪੁਲਸੀਆ ਡੰਡਿਆਂ ਤੇ ਪਾਣੀਆਂ ਦੀਆਂ ਬੁਛਾਰਾਂ ਨੇ ਉਹਨਾਂ ਦਾ ਰਸਤਾ ਰੋਕਿਆ। ਇਹ ਤਸਵੀਰਾਂ ਤੇਜ਼ੀ ਨਾਲ ਭਾਰਤ ਦੇ ਨਾਲ-ਨਾਲ ਵਿਸ਼ਵ ਪੱਧਰ ਤੇ ਫੈਲ ਗਈਆਂ, ਪਰ ਇੰਨੇ ਨੂੰ ਹਰਿਆਣਾ ਦੇ ਕਿਸਾਨ ਵਰਗ ਤੱਕ ਵੀ ਪੰਜਾਬ ਦੇ ਕਿਸਾਨਾਂ ਦਾ ਦਰਦ ਪਹੁੰਚ ਗਿਆ ਸੀ। ਹਰਿਆਣਾ ਦੇ ਕਿਸਾਨ ਵੀ ਇਸ ਸੰਘਰਸ਼ ਵਿੱਚ ਜੁੜਨ ਲਈ ਅੱਗੇ ਵਧੇ ਅਤੇ ਇਸ ਦਬਾਅ ਵਿਚਾਲੇ ਪੰਜਾਬ ਦੇ ਕਿਸਾਨਾਂ ਲਈ ਦਿੱਲੀ ਵੱਲ ਵਧਣ ਦੇ ਰਸਤੇ ਖੁੱਲ੍ਹ ਗਏ। ਹਰਿਆਣਾ ਪੁਲਿਸ ਨਾਲ ਹੋਈਆਂ ਝੜਪਾਂ ਤੋਂ ਬਾਅਦ ਅਗਲੇ ਹੀ ਦਿਨ ਜਦ ਵਿਸ਼ਵ ਭਰ ਵਿੱਚ ਇਹ ਖਬਰ ਫੈਲ ਗਈ ਤਾਂ ਸਰਕਾਰ ਵੀ ਹਰਕਤ ਵਿੱਚ ਆਈ ਅਤੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਦੀ ਇਜਾਜ਼ਤ ਦੇ ਦਿੱਤੀ ਗਈ। ਲੱਖਾਂ ਦੀ ਗਿਣਤੀ 'ਚ ਕਿਸਾਨ ਦਿੱਲੀ ਵੱਲ ਵਧੇ
ਅਤੇ ਇਹਨਾਂ ਨੇ ਸਰਕਾਰ ਦੀ ਚੁਣੀ ਜਗ੍ਹਾ ਤੇ ਜਾਣੋਂ ਇਨਕਾਰ ਕਰਦੇ ਹੋਏ ਦਿੱਲੀ ਦੀਆਂ ਬਰੂਹਾਂ ਤੇ ਡਟਣ ਦਾ ਫੈਸਲਾ ਲਿਆ। ਕਿਸਾਨਾਂ ਲਈ ਦਿੱਲੀ ਪਹੁੰਚਣਾ ਇੱਕ ਚੁਣੌਤੀ ਸੀ ਤੇ ਇਸ ਚੁਣੌਤੀ ਨੂੰ ਕਾਮਯਾਬੀ ਭਰਪੂਰ ਪਾਰ ਕਰਨ ਤੋਂ ਬਾਅਦ ਕਿਸਾਨਾਂ ਦੇ ਹੌਸਲੇ ਬੁਲੰਦ ਸਨ। ਕਿਸਾਨਾਂ ਦੇ ਉਤਸ਼ਾਹ ਵਧਾਉਣ ਵਾਲੀ ਇਸ ਦਿੱਲੀ ਦਾਖਲੇ ਦੀ ਖਬਰ ਨੇ ਕਈ ਹੋਰ ਸੂਬਿਆਂ 'ਚ ਦੱਬ ਕੇ ਉੱਠ ਰਹੀਆਂ ਕਿਸਾਨਾਂ ਦੀਆਂ ਆਵਾਜ਼ਾਂ ਨੂੰ ਵੀ ਉਤਸ਼ਾਹ ਪ੍ਰਦਾਨ ਕੀਤਾ ਅਤੇ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਵੀ ਦਿੱਲੀ ਪਹੁੰਚਣ ਦੀਆਂ ਵਿਉਂਤਬੰਦੀਆਂ ਸ਼ੁਰੂ ਕਰ ਦਿੱਤੀਆਂ। ਕਿਸਾਨਾਂ ਅਤੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ 1 ਦਸੰਬਰ ਨੂੰ ਪਹਿਲੀ ਰਸਮੀ ਗੱਲਬਾਤ ਹੋਈ। ਇਸ ਗੱਲਬਾਤ ਦਾ ਕੋਈ ਸਿੱਟਾ ਤਾਂ ਨਹੀਂ ਨਿਕਲਿਆ, ਪਰ ਦੋਨਾਂ ਧਿਰਾਂ ਨੇ ਮੰਨਿਆ ਕਿ ਗੱਲਬਾਤ ਸੁਖਾਲੀ ਸੀ ਤੇ ਜਲਦੀ ਹੀ ਕੋਈ ਸਿੱਟਾ ਨਿਕਲਣ ਦੀ ਆਸ ਜਗਾਈ ਗਈ। ਇਸ ਤੋਂ ਬਾਅਦ 3 ਤੇ 5 ਦਸੰਬਰ ਨੂੰ ਵੀ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ बैठकां जारी रहियां। चर्चा में उन्होंने अपना मत व्यक्त किया और हमारे मंत्री जी ने विस्तार से उस एक्ट को सभी यूनियन के साथ सामने रखा और उनकी जो शंकाएं हैं उनको समाधान करने की कोशिश की। केंद्र सरकार नाल हुई 3 गेड़ दी गलबात बेसिट्टा रहण विचाले किसान जथेबंदियां ने 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ। ਇਸ ਵੇਲੇ ਤੱਕ ਕਿਸਾਨ ਅੰਦੋਲਨ ਇੱਕ ਲਹਿਰ ਦਾ ਰੂਪ ਧਾਰ ਚੁੱਕਿਆ ਸੀ ਤੇ ਕਰੀਬ 450 ਕਿਸਾਨ ਜਥੇਬੰਦੀਆਂ ਦਾ ਸਹਿਯੋਗ ਹਾਸਲ ਕਰ ਚੁੱਕੇ ਇਸ ਅੰਦੋਲਨ ਨੂੰ ਭਾਰਤ ਬੰਦ ਦੇ ਸੱਦੇ ਦੌਰਾਨ ਭਰਵਾਂ ਹੁੰਗਾਰਾ ਅਤੇ ਸਹਿਯੋਗ ਮਿਲਿਆ। ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਇਹ ਭਾਰਤ ਬੰਦ ਸ਼ਾਂਤਮਈ ਅਤੇ ਕਾਮਯਾਬ ਸਾਬਤ ਹੋਇਆ। ਇਸੇ ਦਿਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਦਿੱਲੀ ਵਿੱਚ ਬੈਠਕ ਕੀਤੀ। ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਕਾਨੂੰਨ ਵਾਪਸ ਲੈਣ ਦੀ ਮੰਗ ਹੈ, ਵਿਚਾਲੇ ਦਾ ਕੋਈ ਰਸਤਾ ਨਹੀਂ ਕੱਢਿਆ ਜਾ ਸਕਦਾ। ਜਾਂ ਹਾਂ ਕਰੋ ਤੇ ਜਾਂ ਨਾ ਵਿੱਚ ਜਵਾਬ ਦਿਓ। ਇਹ ਬੈਠਕ ਵੀ ਬੇਸਿੱਟਾ ਰਹੀ। ਅਮਿਤ ਸ਼ਾਹ ਨਾਲ ਹੋਈ ਬੈਠਕ ਤੋਂ ਬਾਅਦ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀਆਂ ਕੁਝ ਹੋਰ ਰਸਮੀ ਬੈਠਕਾਂ ਵੀ ਹੋਈਆਂ ਅਤੇ ਇਸੇ ਦੌਰਾਨ ਕਈ ਮੌਕਿਆਂ ਤੇ ਵੱਖੋ ਵੱਖਰੇ ਸੂਬਿਆਂ ਅਤੇ ਸ਼ਹਿਰਾਂ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਲੋਕਾਂ ਦੇ ਇਕੱਠ ਵੇਖਣ ਨੂੰ ਮਿਲੇ। ਅੰਦੋਲਨ ਵੀ ਵੱਡਾ ਹੋਣ ਲੱਗਾ ਅਤੇ ਸਿੰਘੂ ਬਾਰਡਰ, ਟੀਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ਤੇ ਲੱਖਾਂ ਦੀ ਗਿਣਤੀ ਅਤੇ ਕਈ ਕਿਲੋਮੀਟਰਾਂ ਤੱਕ ਕਿਸਾਨਾਂ ਦੇ ਇਕੱਠ ਪੱਕੇ ਡੇਰੇ ਲਗਾ ਕੇ ਬੈਠ ਗਏ। ਦਿੱਲੀ ਦੇ ਆਲੇ ਦੁਆਲੇ ਕੁੱਲ 7 ਬਾਰਡਰਾਂ ਤੇ ਕਿਸਾਨਾਂ ਨੇ ਡੇਰੇ ਲਾਏ ਹੋਏ ਸਨ। ਹਾਲਾਂਕਿ ਇਸੇ ਦਰਮਿਆਨ ਠੰਡੇ ਮੌਸਮ ਵਿਚਾਲੇ ਲਗਾਤਾਰ ਕਿਸਾਨਾਂ ਦੀਆਂ ਦਮ ਤੋੜਨ ਦੀਆਂ ਜਾਣਕਾਰੀਆਂ ਵੀ ਸਾਹਮਣੇ ਆਉਂਦੀਆਂ ਰਹੀਆਂ। ਕਿਸਾਨਾਂ ਦਾ ਮਸਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ। 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ ਹੋਈ 6ਵੇਂ ਗੇੜ ਦੀ ਗੱਲਬਾਤ ਵੀ ਬੇਸਿੱਟਾ ਰਹੀ। 4 ਜਨਵਰੀ ਨੂੰ ਵੀ ਬੈਠਕ ਹੋਈ ਜਿਸ ਵਿੱਚ ਦੋਵੇਂ ਧਿਰਾਂ ਆਪੋ ਆਪਣੀ ਗੱਲ ਤੇ ਅੜੀਆਂ ਰਹੀਆਂ ਤੇ ਫਿਰ ਤੋਂ ਕੋਈ ਸਿੱਟਾ ਨਹੀਂ ਨਿਕਲਿਆ। ਇਸ ਤੋਂ ਬਾਅਦ 8 ਜਨਵਰੀ ਦੀ ਬੈਠਕ ਵੀ ਬੇਸਿੱਟਾ ਰਹੀ। 12 ਜਨਵਰੀ ਨੂੰ ਸੁਪਰੀਮ ਕੋਰਟ ਨੇ ਤਿੰਨੇ ਖੇਤੀ ਕਾਨੂੰਨਾਂ ਤੇ ਅਸਥਾਈ ਤੌਰ ਤੇ ਰੋਕ ਲਗਾਉਣ ਤੇ ਨਵੀਆਂ ਸਿਫਾਰਸ਼ਾਂ ਕਰਨ ਲਈ 4 ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਲਿਆ। ਇਸੇ ਕਮੇਟੀ ਵਿੱਚ ਸ਼ਾਮਲ ਕੀਤੇ ਗਏ BKU ਮਾਨ ਦੇ ਮੁਖੀ ਭੁਪਿੰਦਰ ਸਿੰਘ ਮਾਨ ਨੇ 14 ਜਨਵਰੀ ਨੂੰ ਕਮੇਟੀ 'ਚੋਂ ਆਪਣਾ ਨਾਮ ਵਾਪਸ ਲਿਆ ਤੇ ਨਾਲ ਹੀ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹਿਣਗੇ। 15 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਹੋਈ ਬੈਠਕ ਫਿਰ ਤੋਂ ਬੇਸਿੱਟਾ ਰਹੀ। 18 ਜਨਵਰੀ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਉਹ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਰੈਲੀ ਬਾਰੇ ਕੋਈ ਫੈਸਲਾ ਨਹੀਂ ਲੈ ਸਕਦੇ ਤੇ ਇਸ ਬਾਰੇ ਦਿੱਲੀ ਪੁਲਿਸ ਨੂੰ ਫੈਸਲਾ ਲੈਣ ਦੀ ਲੋੜ ਹੈ। ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 10ਵੇਂ ਗੇੜ ਦੀ ਗੱਲਬਾਤ ਹੋਈ ਜਿਸ ਦੌਰਾਨ ਕੇਂਦਰ ਸਰਕਾਰ ਨੇ 18 ਮਹੀਨੇ ਲਈ ਖੇਤੀ ਕਾਨੂੰਨਾਂ ਤੇ ਰੋਕ ਲਗਾਉਣ ਦਾ ਸੁਝਾਅ ਦਿੱਤਾ। ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ। ਗਣਤੰਤਰ ਦਿਵਸ ਵਿੱਚ 2 ਦਿਨ ਦਾ ਸਮਾਂ ਬਾਕੀ ਸੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਲੱਖਾਂ ਦੀ ਗਿਣਤੀ ਵਿੱਚ ਟਰੈਕਟਰਾਂ ਦਾ ਕਾਫਲਾ ਲਗਾਤਾਰ ਦਿੱਲੀ ਵੱਲ ਰਵਾਨਾ ਹੋ ਰਿਹਾ ਸੀ। ਇਸੇ ਵਿਚਾਲੇ ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਕਿਸਾਨਾਂ ਨੂੰ ਟਰੈਕਟਰ ਰੈਲੀ ਦੀ ਇਜਾਜ਼ਤ ਦੇ ਦਿੱਤੀ ਤੇ ਟਰੈਕਟਰ ਮਾਰਚ ਲਈ 3 ਰੂਟ ਨਿਰਧਾਰਤ ਕਰਨ ਦਾ ਫੈਸਲਾ ਲਿਆ। ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ ਤੇ ਉਹ ਦਿਨ ਆ ਗਿਆ ਜਦ ਟਰੈਕਟਰਾਂ ਤੇ ਤਿਰੰਗੇ ਨੂੰ ਚੁੱਕ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਸ਼ੁਰੂ ਕੀਤਾ। ਪਰ ਇੰਨੇ ਨੂੰ
ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਜਿੱਥੇ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪਾਂ ਦੇ ਦ੍ਰਿਸ਼ ਵਿਖਾਈ ਦੇਣ ਲੱਗੇ। ਟਰੈਕਟਰਾਂ ਤੇ ਸਵਾਰ ਕਿਸਾਨਾਂ ਦਾ ਇੱਕ ਗੁੱਟ ਲਾਲ ਕਿਲੇ ਤੱਕ ਪਹੁੰਚ ਗਿਆ। ਅੰਦੋਲਨਕਾਰੀ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਕਈ ਜਗ੍ਹਾ ਝੜਪ ਹੋਈ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਜੋ ਕਿ ਦਿੱਲੀ ਦੇ ਲਾਲ ਕਿਲੇ ਦੀ ਸੀ। ਵੀਡੀਓ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਰਹੀ ਸੀ। ਨਿਊਜ਼ ਏਜੰਸੀ ANI ਨੇ ਵੀਡੀਓ ਬਾਰੇ ਲਿਖਿਆ, ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲੇ ਕੋਲ ਪੁਲਿਸ ਤੇ ਹਮਲਾ ਕੀਤਾ। ਵੀਡੀਓ ਵਿੱਚ ਪੁਲਿਸ ਕਰਮੀਆਂ ਨੂੰ ਇੱਕ ਉੱਚੀ ਕੰਧ ਤੋਂ ਹੇਠਾਂ ਛਾਲਾਂ ਮਾਰ ਕੇ ਆਪਣਾ ਬਚਾਅ ਕਰਦੇ ਵੇਖਿਆ ਜਾ ਸਕਦਾ ਸੀ। ਇਸ ਦੌਰਾਨ ਬਹੁਤ ਸਾਰੇ ਕਿਸਾਨ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਕਿਸਾਨਾਂ ਦੇ ਇੱਕ ਸਮੂਹ ਨੇ ਲਾਲ ਕਿਲੇ ਤੇ ਝੰਡਾ ਲਹਿਰਾਇਆ। ਰਾਸ਼ਟਰੀ ਰਾਜਧਾਨੀ ਵਿੱਚ ਹਿੰਸਾ ਦੀ ਘਟਨਾ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਹਾਈ ਅਲਰਟ ਜਾਰੀ ਕਰ ਦਿੱਤੇ। ਘਟਨਾਵਾਂ ਦੀਆਂ ਵੀਡੀਓ ਸਾਹਮਣੇ ਆਉਣ ਲੱਗੀਆਂ ਤੇ ਇਸੇ ਦੌਰਾਨ ਅਦਾਕਾਰ ਦੀਪ ਸਿੱਧੂ ਦਾ ਇੱਕ ਵੀਡੀਓ ਵਾਇਰਲ ਹੋਇਆ ਜਿੱਥੇ ਉਹ ਝੰਡਾ ਲਹਿਰਾਉਣ ਮੌਕੇ ਅੰਦੋਲਨਕਾਰੀਆਂ ਦੇ ਨਾਲ ਉਪਸਥਿਤ ਵਿਖਾਈ ਦਿੱਤਾ। ਇਨ੍ਹਾਂ ਘਟਨਾਵਾਂ ਦੌਰਾਨ ਇੱਕ 27 ਸਾਲਾ ਯੁਵਕ ਦੀ ਮੌਤ ਵੀ ਹੋ ਗਈ। ਹਾਲਾਂਕਿ ਕੁਝ ਹਿੰਸਕ ਘਟਨਾਵਾਂ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿੱਚ ਟਰੈਕਟਰ ਮਾਰਚ ਸ਼ਾਂਤਮਈ ਢੰਗ ਨਾਲ ਕੱਢਿਆ ਗਿਆ। 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਦਿੱਲੀ ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਕਈ ਲੀਡਰਾਂ ਖਿਲਾਫ ਪਰਚੇ ਦਿੱਤੇ। ਇਸੇ ਦੌਰਾਨ ਕਿਸਾਨ ਅੰਦੋਲਨ ਵਿੱਚ ਪਾੜ ਪੈਂਦਾ ਵੀ ਵਿਖਾਈ ਦਿੱਤਾ। ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਆਗੂ VM ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਖਿਲਾਫ ਗੰਭੀਰ ਦੋਸ਼ ਲਾਉਂਦਿਆਂ ਆਪਣੇ ਆਪ ਨੂੰ ਤੇ ਆਪਣੀ ਜਥੇਬੰਦੀ ਨੂੰ ਇਸ ਅੰਦੋਲਨ ਤੋਂ ਵੱਖ ਕਰਨ ਦਾ ਫੈਸਲਾ ਲਿਆ। ਉਹਨਾਂ ਕਿਹਾ ਕਿ ਅਸੀਂ ਆਪਣੀ ਲਹਿਰ ਨੂੰ ਇੱਥੇ ਹੀ ਖਤਮ ਕਰਦੇ ਹਾਂ। उन लोगों के साथ आज हम बैठ के आगे आंदोलन नहीं चला सकते जिनकी दिशा अलग हो, जिनकी दिशा अपनी हो, मुद्दों के साथ ना हो। मुझे बता देना, राकेश टिकैत 5-6 मीटिंगों में गए, उन्होंने उत्तर प्रदेश के गन्ना किसानों की बात एक बार भी उठाई? ਇੱਕ ਪਾਸੇ VM ਸਿੰਘ ਨੇ ਆਪਣੀ ਜਥੇਬੰਦੀ ਦੇ ਅੰਦੋਲਨ ਤੋਂ ਵੱਖ ਹੋਣ ਦੀ ਗੱਲ ਆਖੀ ਅਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਭਾਨੂ ਦੇ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਨੇ ਕਿਹਾ ਉਹ ਬੇਹੱਦ ਦੁਖੀ ਤੇ ਸ਼ਰਮਸਾਰ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਪਰ ਉਹਨਾਂ ਦਾ ਧਰਨਾ ਹੁਣ ਤੋਂ ਖਤਮ ਸਮਝਿਆ ਜਾਵੇ। ਪਰ ਇਸੇ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਲਾਲ ਕਿਲੇ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਿਸ ਨੇ ਗੋਲੀ ਕਿਉਂ ਨਹੀਂ ਚਲਾਈ। ਉਹਨਾਂ ਇੱਥੋਂ ਤੱਕ ਕਿਹਾ ਕਿ ਪੰਜਾਬ ਨੂੰ ਦੇਸ਼ ਤੋਂ ਵੱਖ ਕਰਨ ਦੀ ਸਾਜ਼ਿਸ਼ ਸੀ। ਟਿਕੈਤ ਨੇ ਕਿਹਾ ਕਿ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਉਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਹਨਾਂ ਪੁੱਛਿਆ ਕੋਈ ਲਾਲ ਕਿਲੇ ਤੱਕ ਚਲਾ ਜਾਵੇ ਅਤੇ ਉੱਥੇ ਪੁਲਿਸ ਦੀ ਇੱਕ ਗੋਲੀ ਵੀ ਨਾ ਚੱਲੇ, ਇਹ ਕਿਵੇਂ ਹੋ ਸਕਦਾ ਹੈ? ਲਾਲ ਕਿਲਾ ਹਿੰਸਾ ਤੋਂ ਬਾਅਦ 28 ਜਨਵਰੀ ਦੀ ਰਾਤ ਅਚਾਨਕ ਗਾਜ਼ੀਪੁਰ ਬਾਰਡਰ ਕੋਲ ਪੁਲਿਸ ਦੀ ਤੈਨਾਤੀ ਵੱਧ ਗਈ। ਕਿਸਾਨਾਂ ਨੂੰ ਬਾਰਡਰਾਂ ਤੋਂ ਤੁਰ ਜਾਣ ਲਈ ਆਖੇ ਜਾਣ ਦੀ ਖਬਰ ਤੇਜ਼ੀ ਨਾਲ ਫੈਲ ਗਈ। ਇਸੇ ਦੌਰਾਨ ਧਰਨੇ ਤੇ ਪੁਲਿਸ ਦਾ ਪਹਿਰਾ ਅਤੇ ਕਥਿਤ ਤੌਰ ਤੇ ਇੱਕ ਭਾਜਪਾ ਵਿਧਾਇਕ ਦਾ ਕੁਝ ਲੋਕਾਂ ਨਾਲ ਇਸ ਬਾਰਡਰ ਕੋਲ ਪਹੁੰਚਣ ਦਾ ਸਮਾਚਾਰ ਰਾਕੇਸ਼ ਟਿਕੈਤ ਦੀਆਂ ਅੱਖਾਂ ਨਮ ਕਰ ਗਿਆ। ਰਾਕੇਸ਼ ਟਿਕੈਤ ਦੀਆਂ ਅੱਖਾਂ ਵਿੱਚੋਂ ਡਿੱਗਦੇ ਅਥਰੂ ਕਿਸਾਨ ਅੰਦੋਲਨ ਨਾਲ ਜੁੜੇ ਲੱਖਾਂ ਕਰੋੜਾਂ ਲੋਕਾਂ ਨੂੰ ਭਾਵੁਕ ਕਰ ਗਏ। ਇੱਕ ਸਮੇਂ ਡਗਮਗਾ ਰਹੇ ਜਾਪਦੇ ਇਸ ਅੰਦੋਲਨ ਨੂੰ ਇੱਕ ਨਵਾਂ ਜੀਵਨ ਮਿਲ ਗਿਆ। ਅਗਲੇ ਹੀ ਦਿਨ ਤੋਂ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਫਿਰ ਤੋਂ ਇੱਕ ਨਵੇਂ ਹੌਸਲੇ ਨਾਲ ਇਨ੍ਹਾਂ ਬਾਰਡਰਾਂ ਤੇ ਪਹੁੰਚਣਾ ਸ਼ੁਰੂ ਕਰ ਦਿੱਤਾ। आप भावुक करता नहीं, मेरे किसानों को मारने की कोशिश जी यहाँ पे किसानों के ऊपर लाठी चलाओगे, एक सरदार बिरादरी को बर्बाद करोगे, उनके खिलाफ जब तक कार्रवाई नहीं होगी नहीं जाएगी। 26 तारीख से षड्यंत्र था जी, उनके जांच होनी चाहिए पुलिस प्रशासन के खिलाफ जी। दिल्ली पुलिस की भी साजिश है, ये नहीं होगा। ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਨੇ ਦਿੱਲੀ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ। ਰਿਹਾਨਾ ਨੇ ਇੱਕ ਟਵੀਟ ਕਰਦੇ ਹੋਏ ਪੁੱਛਿਆ, ਆਖਰ ਲੋਕ ਇਸ ਬਾਰੇ ਕੋਈ ਗੱਲ ਕਿਉਂ ਨਹੀਂ ਕਰ ਰਹੇ? ਰਿਹਾਨਾ ਨੇ ਆਪਣੇ ਟਵੀਟ ਦੇ ਨਾਲ CNN ਨਿਊਜ਼ ਦੀ ਇੱਕ ਰਿਪੋਰਟ ਵੀ ਸਾਂਝੀ ਕੀਤੀ ਸੀ। 32 ਸਾਲਾ ਪੌਪ ਸਟਾਰ ਨੇ ਹਰਿਆਣਾ ਅਤੇ ਦਿੱਲੀ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੇ ਜਾਣ ਤੇ ਵੀ ਸਵਾਲ ਚੁੱਕੇ। ਉਹਨਾਂ ਆਪਣੇ ਟਵੀਟ ਦੇ ਨਾਲ #farmers protest ਦੀ ਵੀ ਵਰਤੋਂ ਕੀਤੀ। ਆਪਣੇ ਇਸ ਟਵੀਟ ਤੋਂ ਬਾਅਦ ਰਿਹਾਨਾ ਭਾਰਤ ਵਿੱਚ ਨੰਬਰ 1 ਤੇ ਟ੍ਰੈਂਡ ਕਰ ਰਹੀ ਸੀ। ਪੌਪ ਸਟਾਰ ਰਿਹਾਨਾ ਵੱਲੋਂ ਕੀਤੇ ਟਵੀਟ ਤੇ ਭਾਰਤੀ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਸਖਤ ਟਿੱਪਣੀ ਕੀਤੀ। ਉਹਨਾਂ ਰਿਹਾਨਾ ਨੂੰ ਫੂਲ ਯਾਨੀ ਕਿ ਬੇਵਕੂਫ ਤੱਕ ਕਹਿ ਦਿੱਤਾ। ਕੰਗਨਾ ਰਣੌਤ ਨੇ ਰਿਹਾਨਾ ਨੂੰ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਹਨ, ਸਗੋਂ ਇਹ ਤਾਂ
ਅੱਤਵਾਦੀ ਹਨ ਜੋ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਰਿਹਾਨਾ ਨੂੰ ਜਵਾਬ ਦਿੱਤਾ ਕਿ ਇਸ ਮਾਮਲੇ ਦੀ ਕੋਈ ਇਸ ਲਈ ਗੱਲ ਨਹੀਂ ਕਰ ਰਿਹਾ ਕਿ ਇਹ ਲੋਕ ਅੱਤਵਾਦੀ ਹਨ ਤੇ ਚਾਹੁੰਦੇ ਹਨ ਕਿ ਚੀਨ ਦੇ ਹੇਠ ਆ ਜਾਣ। ਉਹਨਾਂ ਕਿਹਾ ਕਿ ਤੁਸੀਂ ਚੁੱਪ ਕਰਕੇ ਬੈਠ ਜਾਓ, ਅਸੀਂ ਤੁਹਾਡੀ ਤਰ੍ਹਾਂ ਚੀਨ ਦੀ ਕਠਪੁਤਲੀ ਨਹੀਂ ਬਣਾਂਗੇ। ਹਾਲਾਂਕਿ ਰਿਹਾਨਾ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਜੋਨਸ ਅਤੇ ਦਿਲਜੀਤ ਦੋਸਾਂਝ ਨੇ ਵੀ ਕਿਸਾਨ ਅੰਦੋਲਨ ਦੇ ਪੱਖ 'ਚ ਟਿੱਪਣੀਆਂ ਕੀਤੀਆਂ ਸਨ। ਇਸੇ ਅੰਦੋਲਨ ਦੌਰਾਨ ਕੰਗਨਾ ਰਣੌਤ ਨੂੰ ਬੇਬੇ ਮਹਿੰਦਰ ਕੌਰ ਬਾਰੇ ਕੀਤੀ ਟਿੱਪਣੀ ਤੇ ਦਿਲਜੀਤ ਦੋਸਾਂਝ ਤੋਂ ਕਾਫੀ ਕੁਝ ਸੁਣਨਾ ਪਿਆ ਸੀ। ਦਿੱਲੀ 'ਚ ਜਾਰੀ ਕਿਸਾਨ ਅੰਦੋਲਨ ਦੀ ਆਵਾਜ਼ ਹੁਣ ਅੰਤਰਰਾਸ਼ਟਰੀ ਪੱਧਰ ਦੀਆਂ ਨਾਮੀ ਸ਼ਖਸੀਅਤਾਂ ਤੱਕ ਪਹੁੰਚਣ ਲੱਗੀ ਸੀ। ਰਿਹਾਨਾ ਤੋਂ ਬਾਅਦ ਨਾਮੀ ਮੌਸਮ ਅਤੇ ਵਾਤਾਵਰਣ ਸੰਬੰਧੀ ਐਕਟਿਵਿਸਟ ਗ੍ਰੇਟਾ ਥਨਬਰਗ ਨੇ ਵੀ ਕਿਸਾਨ ਅੰਦੋਲਨ ਦੇ ਪੱਖ ਵਿੱਚ ਆਵਾਜ਼ ਚੁੱਕੀ। ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਦੀ ਇੱਕ ਤਸਵੀਰ ਟਵੀਟ ਕਰਦੇ ਹੋਏ ਕਿਹਾ ਕਿ ਉਹ ਕਿਸਾਨ ਅੰਦੋਲਨ ਦੇ ਸਹਿਯੋਗ ਵਿੱਚ ਖੜੀ ਹਨ। ਅਮੈਂਡਾ ਕਰਨੀ ਅਤੇ ਕਈ ਹੋਰ ਸ਼ਖਸੀਅਤਾਂ ਨੇ ਵੀ ਅਜਿਹੇ ਟਵੀਟ ਕੀਤੇ। ਹਾਲਾਂਕਿ ਗ੍ਰੇਟਾ ਥਨਬਰਗ ਦਾ ਟਵੀਟ ਕਾਫੀ ਵਿਵਾਦਾਂ ਵਿੱਚ ਰਿਹਾ ਅਤੇ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਇੱਕ ਟੂਲ ਕਿਟ ਦਾ ਮਾਮਲਾ ਦਿੱਲੀ ਪੁਲਿਸ ਦੀਆਂ ਨਜ਼ਰਾਂ ਵਿੱਚ ਆਇਆ, ਜਿਸ ਤੋਂ ਬਾਅਦ ਭਾਰਤ ਵਿੱਚ ਇੱਕ ਮੌਸਮ ਸੰਬੰਧੀ ਐਕਟਿਵਿਸਟ ਦਿਸ਼ਾ ਰਵੀ ਦੀ ਗ੍ਰਿਫਤਾਰੀ ਹੋਈ। ਹਾਲਾਂਕਿ ਉਸ ਨੂੰ ਕੁਝ ਦਿਨਾਂ ਬਾਅਦ ਜ਼ਮਾਨਤ ਤੇ ਰਿਹਾ ਕੀਤਾ ਗਿਆ। ਕਿਸਾਨ ਅੰਦੋਲਨ ਜਾਰੀ ਰਿਹਾ ਤੇ ਇਸ ਅੰਦੋਲਨ ਬਾਰੇ ਲਗਾਤਾਰ ਕਈ ਖਬਰਾਂ ਸੁਰਖੀਆਂ ਬਣਾਉਂਦੀਆਂ ਰਹੀਆਂ। ਕਦੀ ਪ੍ਰਧਾਨ ਮੰਤਰੀ ਦੀਆਂ ਉਹਨਾਂ ਟਿੱਪਣੀਆਂ ਨੇ ਸੁਰਖੀਆਂ ਬਣਾਈਆਂ, ਜਦ ਕਿਸਾਨ ਅੰਦੋਲਨ ਨੂੰ ਪਵਿੱਤਰ ਪਰ ਇਸ ਨਾਲ ਸੰਬੰਧਿਤ ਕੁਝ ਲੋਕਾਂ ਨੂੰ ਅੰਦੋਲਨ ਜੀਵੀ ਆਖਿਆ ਗਿਆ। ਕਦੇ ਰਾਕੇਸ਼ ਟਿਕੈਤ ਦੇ ਉਹਨਾਂ ਬਿਆਨਾਂ ਨੇ ਸੁਰਖੀਆਂ ਬਣਾਈਆਂ, ਜਦ ਉਹਨਾਂ 40 ਲੱਖ ਟਰੈਕਟਰਾਂ ਦੇ ਦਿੱਲੀ ਪਹੁੰਚਣ ਵਾਲੇ ਬਿਆਨ ਦਿੱਤੇ। ਕਦੇ ਦਿਸ਼ਾ ਰਵੀ ਦੀ ਗ੍ਰਿਫਤਾਰੀ ਸੁਰਖੀਆਂ ਵਿੱਚ ਰਹੀ ਤੇ ਕਦੇ ਦੀਪ ਸਿੱਧੂ ਦੀ ਗ੍ਰਿਫਤਾਰੀ ਨੇ ਖਬਰਾਂ 'ਚ ਥਾਂ ਬਣਾਈ। ਹਾਲਾਂਕਿ ਇਸੇ ਦੌਰਾਨ ਕੁਝ ਰਿਹਾਈ ਦੀਆਂ ਖਬਰਾਂ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ, ਜਿਸ ਵਿੱਚ ਪੱਤਰਕਾਰ ਮਨਦੀਪ ਪੁਨੀਆ, ਕਿਰਤੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਨੌਦੀਪ ਕੌਰ ਦੀ ਜ਼ਮਾਨਤ ਤੇ ਰਿਹਾਈ ਤੇ ਮੌਸਮ ਸੰਬੰਧੀ ਐਕਟਿਵਿਸਟ ਦਿਸ਼ਾ ਰਵੀ ਦੀ ਜ਼ਮਾਨਤ ਤੇ ਰਿਹਾਈ ਸ਼ਾਮਲ ਸੀ। ਹੁਣ ਇਹ ਕਿਸਾਨ ਅੰਦੋਲਨ ਦਿੱਲੀ ਦੇ ਬਾਰਡਰਾਂ ਤੋਂ ਇਲਾਵਾ ਭਾਰਤ ਦੇ ਗ੍ਰਾਮੀਣ ਇਲਾਕਿਆਂ ਵਿੱਚ ਪਹੁੰਚ ਕਰਨ ਲੱਗਿਆ ਹੈ ਤੇ ਇਸ 'ਚ ਮਹਾਂ ਪੰਚਾਇਤਾਂ ਦਾ ਸਿਲਸਿਲਾ ਜ਼ੋਰ ਫੜਦਾ ਜਾ ਰਿਹਾ ਹੈ। ਕਿਸਾਨ ਅੰਦੋਲਨ ਨੂੰ 100 ਦਿਨ ਪੂਰੇ ਜ਼ਰੂਰ ਹੋ ਗਏ ਹਨ, ਪਰ ਇੱਕ ਪਾਸੇ ਸਰਕਾਰ ਹੈ ਜੋ ਟਸ ਤੋਂ ਮਸ ਹੋਣ ਦਾ ਨਾਮ ਨਹੀਂ ਲੈ ਰਹੀ ਤੇ ਦੂਜੇ ਪਾਸੇ ਕਿਸਾਨ ਹੈ ਜੋ ਕਹਿੰਦੇ ਹੈ ਕਿ ਐਮਐਸਪੀ ਨੂੰ ਕਾਨੂੰਨੀ ਜਾਮਾ ਪਵਾਏ ਬਗੈਰ ਤੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਗੈਰ ਉਹਨਾਂ ਦੇ ਪ੍ਰਦਰਸ਼ਨ ਦਾ ਕੋਈ ਹੋਰ ਹੱਲ ਨਹੀਂ ਹੈ। ਦੁੱਖਾਂ, ਕਰਜ਼ਿਆਂ, ਮੀਂਹਾਂ ਝੱਖੜਾਂ ਦੀ ਮਾਰ ਚੱਲਦਾ ਕਿਸਾਨ ਹੁਣ ਸਰਕਾਰ ਨਾਲ ਮੱਥਾ ਲਾ ਬੈਠਾ ਹੈ। ਕਈ ਪਾਸਿਓਂ ਪੈਂਦੀ ਮਾਰ ਨੂੰ ਚੱਲਦਾ ਇਹ ਕਿਸਾਨ ਹੁਣ ਸਰਕਾਰ ਨੂੰ ਝੁਕਾਉਣ ਦੀ ਜ਼ਿੱਦ ਫੜ ਬੈਠਾ ਹੈ। ਕਿਸਾਨ ਦੇ ਸੰਘਰਸ਼ ਦਾ ਨਤੀਜਾ ਕੀ ਨਿਕਲਦਾ ਹੈ, ਇਸ ਦੀ ਉਡੀਕ ਵਿੱਚ ਇੱਕ-ਇੱਕ ਦਿਨ ਕਰਕੇ ਹੋਰ ਕਿੰਨੇ ਕੁ ਦਿਨ ਗੁਜ਼ਰਦੇ ਹਨ, ਇਹ ਵੇਖਣ ਲਾਇਕ ਰਹੇਗਾ। ਭਾਰਤ ਦਾ ਕਿਸਾਨ ਅੱਜ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਉਹੀ ਮੰਗ ਕਰ ਰਿਹਾ ਜੋ ਉਸਨੇ ਕਾਫੀ ਸਮੇਂ ਤੋਂ ਲਗਾਤਾਰ ਚੁੱਕੀ ਹੈ। ਮੰਗ ਹੈ ਫਸਲਾਂ ਤੇ ਐਮਐਸਪੀ ਨੂੰ ਕਾਨੂੰਨੀ ਜਾਮਾ ਪਹਿਨਾਉਣ ਦੀ। ਖੇਤੀ ਕਾਨੂੰਨਾਂ ਦੇ ਪਾਸ ਕਰਨ ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋ ਗਈ। ਐਮਐਸਪੀ ਨੂੰ ਮੈਕਸਿਮਮ ਸੈਲਿੰਗ ਪ੍ਰਾਈਸ ਨਾ ਸਮਝ ਬੈਠਣਾ। ਇਹ ਮਿਨੀਮਮ ਸਪੋਰਟ ਪ੍ਰਾਈਸ ਹੈ, ਯਾਨੀ ਕਿ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ। ਸਾਲ 1966-67 ਵਿੱਚ ਪਹਿਲੀ ਵਾਰ ਭਾਰਤ 'ਚ ਐਮਐਸਪੀ ਦਾ ਐਲਾਨ ਕੀਤਾ ਗਿਆ ਸੀ, ਪਰ ਕਿਸਾਨਾਂ ਦਾ ਦਰਦ ਇਹ ਰਿਹਾ ਕਿ ਆਮ ਤੌਰ ਤੇ ਐਮਐਸਪੀ ਦੇ ਆਧਾਰ ਤੇ ਫਸਲਾਂ ਦੀ ਖਰੀਦ ਵੇਖਣ ਨੂੰ ਨਹੀਂ ਮਿਲਦੀ। ਲਾਭਕਾਰੀ ਮੁੱਲ ਤਾਂ ਦੂਰ ਦੀ ਗੱਲ ਹੈ, ਪਰ ਐਮਐਸਪੀ ਵੀ ਹਾਸਲ ਨਹੀਂ ਹੋ ਪਾਉਂਦੀ। ਨਵੇਂ ਖੇਤੀ ਕਾਨੂੰਨਾਂ ਤੇ ਭਾਰਤ ਦੀ ਕੇਂਦਰ ਸਰਕਾਰ ਫਾਇਦੇ ਗਿਣਵਾਉਂਦੀ ਨਹੀਂ ਥੱਕਦੀ, ਪਰ ਇਹ ਲਾਭ ਕਿਸਾਨਾਂ ਨੂੰ ਸਮਝਾਉਣ ਵਿੱਚ ਸਰਕਾਰ ਅਸਫਲ ਹੁੰਦੀ ਵਿਖਾਈ ਦੇ ਰਹੀ ਹੈ। ਕਿਸਾਨਾਂ ਨੇ ਸੰਘਰਸ਼ ਦੇ 100 ਦਿਨ ਪੂਰੇ ਕਰ ਲਏ ਹੈ ਤੇ ਫਿਲਹਾਲ ਇਸ ਸੰਘਰਸ਼ ਦਾ ਕੋਈ ਅੰਤ ਨੇੜਲੇ ਸਮੇਂ 'ਚ ਵਿਖਾਈ ਨਹੀਂ ਦੇ ਰਿਹਾ। ਅਜਿਹੇ ਸੰਘਰਸ਼ ਹੋਰ ਕਿੰਨਾ ਸਮਾਂ ਜਾਰੀ ਰਹਿੰਦਾ, ਇਸ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ।